हेलो एवरीवन वेलकम टू करियर क्वेस्ट। होपफुली ਤੁਸੀਂ ਸਾਰੇ ਵਧੀਆ ਹੋਵੋਗੇ ਤੇ ਬਹੁਤ ਅੱਛੇ ਤਰੀਕੇ ਦੇ ਨਾਲ ਆਪਣੇ ਐਗਜ਼ਾਮ ਦੀ ਪ੍ਰੈਪਰੇਸ਼ਨ ਕਰ ਰਹੇ ਹੋਵੋਗੇ। ਸੋ ਅੱਜ ਆਪਾਂ ਪੋਲਿਟੀ ਦੀ 7th ਸੀਰੀਜ਼ ਨੂੰ ਲੈ ਕੇ ਆਏ ਹਾਂ, ਜਿਹਦੇ ਵਿੱਚ ਆਪਾਂ ਪੋਲਿਟੀ ਦੇ ਡਿਫਰੈਂਟ ਕੁਐਸਚਨਸ ਨੂੰ ਵਿਦ ਐਕਸਪਲੇਨੇਸ਼ਨ ਕੀ ਕਰਦੇ ਹਾਂ, ਡਿਸਕਸ ਕਰਦੇ ਹਾਂ। ਹਰ ਇੱਕ ਐਡੀਸ਼ਨਲ ਪੁਆਇੰਟਸ ਹੁੰਦਾ ਇੱਕ ਕੁਐਸਚਨ ਦੇ ਰਿਗਾਰਡਿੰਗ, ਸਾਰੇ ਦੇ ਸਾਰੇ ਐਡੀਸ਼ਨਲ ਪੁਆਇੰਟਸ ਤੁਹਾਨੂੰ ਰਾਈਟ ਡਾਊਨ ਕਰਵਾਏ ਜਾਂਦੇ ਨੇ। ਤਾਂ ਜੋ ਵੀ ਤੁਹਾਨੂੰ ਜਿਸ ਤਰੀਕੇ ਦੀ ਵੀ ਤੁਹਾਨੂੰ ਕਲਾਸ ਲੱਗਦੀ ਹੈ, ਤੁਸੀਂ ਆਪਣਾ ਰਿਵਿਊ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੇਣਾ ਐਂਡ ਕਲਾਸ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰਨਾ, ਤਾਂ ਜੋ ਤੁਹਾਨੂੰ ਵੱਧ ਤੋਂ ਵੱਧ ਕਲਾਸਿਸ ਕੀ ਕਰਵਾਈਆਂ ਜਾਣਗੀਆਂ, ਪ੍ਰੋਵਾਈਡ ਕਰਵਾਈਆਂ ਜਾਣ। ਸੋ ਲੈਟਸ ਸਟਾਰਟ। ਅੱਜ ਦੀ ਸੀਰੀਜ਼ ਨੂੰ ਸਟਾਰਟ ਕਰਦੇ ਹਾਂ ਵਿਦ ਫਰਸਟ ਕੁਐਸਚਨ। ਅੱਜ ਦੀ ਸੀਰੀਜ਼ ਦਾ ਸਾਡਾ ਫਰਸਟ ਕੁਐਸਚਨ ਕੀ ਹੈ? Which of the following statement is not correct about ਰਾਜ ਸਭਾ? ਕਹਿੰਦੇ ਨੀਚੇ ਦਿੱਤਿਆਂ ਦੇ ਵਿੱਚ ਤੁਹਾਨੂੰ ਰਾਜ ਸਭਾ ਦੇ ਰਿਗਾਰਡਿੰਗ ਕੁਝ ਸਟੇਟਮੈਂਟ ਦਿੱਤੀਆਂ ਗਈਆਂ ਨੇ ਤੇ ਪੁੱਛਿਆ ਗਿਆ ਕਿ ਕਿਹੜੀ ਸਟੇਟਮੈਂਟ ਹੈ ਜੋ ਰਾਜ ਸਭਾ ਦੇ ਰਿਗਾਰਡਿੰਗ ਕੀ ਹੈ, ਇਨਕਰੈਕਟ ਹੈ। ਫਸਟਲੀ ਤੁਸੀਂ ਕੀ ਕਰਨਾ ਹੈ, ਪੜ੍ਹਨਾ ਹੈ ਧਿਆਨ ਦੇ ਨਾਲ ਕਿ ਕਰੈਕਟ ਸਟੇਟਮੈਂਟ ਪੁੱਛੀ ਗਈ ਹੈ ਕਿ ਇਨਕਰੈਕਟ, ਕਰੈਕਟ ਕਿ ਨਾਟ ਕਰੈਕਟ, ਕਿਹੜੀ ਕੁਐਸਚਨ ਕੀ ਡਿਮਾਂਡ ਕੀ ਹੈ ਕੁਐਸਚਨ ਦੀ। ਫਸਟਲੀ ਧਿਆਨ ਨਾਲ ਕੁਐਸਚਨ ਨੂੰ ਪੜ੍ਹਨਾ ਹੈ। ਕੁਐਸਚਨ ਨੇ ਕੀ ਕਿਹਾ ਕਿ ਨੀਚੇ ਦਿੱਤਿਆਂ ਦੇ ਵਿੱਚ ਕੁਝ ਕੁ ਸਟੇਟਮੈਂਟ ਦਿੱਤੀਆਂ ਗਈਆਂ ਨੇ ਰਾਜ ਸਭਾ ਦੇ ਰਿਗਾਰਡਿੰਗ ਤੇ ਪੁੱਛਿਆ ਗਿਆ ਹੈ ਕਿ ਰਾਜ ਸਭਾ ਦੇ ਰਿਗਾਰਡਿੰਗ ਕਿਹੜੀ ਸਟੇਟਮੈਂਟ ਹੈ ਜਿਹੜੀ ਠੀਕ ਨਹੀਂ ਹੈ। ਠੀਕ ਹੈ, ਨਾਟ ਵਰਡ ਯੂਜ਼ ਕੀਤਾ ਗਿਆ ਹੈ ਇੱਥੇ। ਠੀਕ ਹੈ, ਕਿਹੜੀ ਸਟੇਟਮੈਂਟ ਹੈ ਜੋ ਸਹੀ ਨਹੀਂ ਹੈ। ਸੋ 1 ਬਾਈ 1 ਹਰ ਇੱਕ ਸਟੇਟਮੈਂਟ ਨੂੰ ਪੜਾਂਗੇ ਤੇ ਦੇਖਾਂਗੇ ਕਿ ਕਿਹੜੀ ਸਟੇਟਮੈਂਟ ਹੈ ਜੋ ਰਾਜ ਸਭਾ ਦੇ ਰਿਗਾਰਡਿੰਗ ਗਲਤ ਹੈ। फर्स्ट है राज्य सभा इज अ परमानेंट बॉडी। बिल्कुल सही, राज्य सभा की एक परमानेंट बॉडी है। परमानेंट बॉडी कहने का मतलब की है कि कदे भी डिसॉल्व नहीं हुंदी, लाइक लोक सभा ये कदे डिसॉल्व नहीं हुंदी। हुंदा की है कि आफ्टर एवरी 2 ईयर्स, हर 2 सालां दे बाद 1/3 मैंबर ऑफ दैट हाउस की हुंदे ने रिटायर हुंदे। हर 2 साल बाद 1/3 मैंबर ऑफ द हाउस की हुंदे ने रिटायर हुंदे ने। होपफुली सबनों आंसर भी पता लग गया होएगा हुण तक। सेकंड स्टेटमेंट है, सो फर्स्ट स्टेटमेंट बिल्कुल सही है कि राज्य सभा की एक परमानेंट हाउस है। सेकंड स्टेटमेंट देखिए कहते इट वाज ड्यूली कॉन्स्टिट्यूटेड फॉर द फर्स्ट टाइम अप्रैल 3 1952। कहते हे ड्यूली कॉन्स्टिट्यूट कदों कीती गई सी? ये 1952 ਦੇ ਵਿੱਚ ਕੀਤੀ ਗਈ ਸੀ। ਨੈਕਸਟ ਹੈ ਕਹਿੰਦੇ ਰਾਜ ਸਭਾ ਦੇ ਵਿੱਚ 12 ਮੈਂਬਰ ਨੇ ਜੋ ਪ੍ਰੈਜ਼ੀਡੈਂਟ ਦੇ ਦੁਆਰਾ ਨੋਮੀਨੇਟ ਕੀਤੇ ਜਾਂਦੇ ਨੇ। ਇਹ ਵੀ ਸਟੇਟਮੈਂਟ ਬਿਲਕੁਲ ਸਹੀ ਹੈ। ਸਾਨੂੰ ਪਤਾ ਹੈ ਕਿ ਪ੍ਰੈਜ਼ੀਡੈਂਟ ਦੇ ਦੁਆਰਾ 12 ਮੈਂਬਰ ਜਿਨ੍ਹਾਂ ਕੋਲ ਕੁਝ ਸਪੈਸ਼ਲ ਟੈਲੈਂਟ ਹੋਵੇ ਉਹਨਾਂ ਨੂੰ ਨੋਮੀਨੇਟ ਕੀਤਾ ਜਾਂਦਾ ਬਾਈ ਹੂਮ? ਬਾਈ ਪ੍ਰੈਜ਼ੀਡੈਂਟ। ਸੋ ਨੈਕਸਟ ਹੈ ਕਹਿੰਦੇ 1/3 ਆਫ ਇਟਸ ਮੈਂਬਰ ਰਿਟਾਇਰ ਐਵਰੀ ਈਅਰ। ਮੈਂ ਤੁਹਾਨੂੰ ਉੱਤੇ ਕੀ ਦੱਸਿਆ ਕਿ ਆਫਟਰ ਐਵਰੀ 2 ਇਅਰਸ, ਹਰ 2 ਸਾਲ ਬਾਅਦ ਇਸ ਹਾਊਸ ਦੇ 1/3 ਮੈਂਬਰ ਕੀ ਹੁੰਦੇ ਨੇ? ਰਿਟਾਇਰ ਹੁੰਦੇ ਨੇ। ਔਨ ਦਾ ਅਦਰ ਹੈਂਡ ਅਗਰ ਗੱਲ ਕਰੀ ਜਾਵੇ ਸਹੀ ਸਟੇਟਮੈਂਟ ਕੀ ਗਲਤ ਸਟੇਟਮੈਂਟ ਕੀ ਕਹੀ ਹੈ ਕਿ ਕਹਿੰਦੇ ਹਰ ਸਾਲ ਬਾਅਦ, मतलब हर 1 साल बाद 1/3 ਮੈਂਬਰ ਰਿਟਾਇਰ ਹੁੰਦੇ ਨੇ। बट ये चीज गलत है। गलत क्यों है? क्योंकि हर 2 साल बाद रिटायर होंगे ने 1/3 मैंबर ऑफ द राज्य सभा। सो ऑप्शन डी इज अ राइट आंसर। इस तो इलावा राज्य सभा ਦੇ ਪ੍ਰੈਜ਼ਾਈਡਿੰਗ ਆਫੀਸਰ ਕੌਣ ਹੁੰਦੇ ਨੇ? राज्य सभा ਦੇ ਪ੍ਰੈਜ਼ਾਈਡਿੰਗ ਆਫੀਸਰ ਹੁੰਦੇ ਨੇ ਐਕਸ ਆਫਿਸਕੋ ਚੇਅਰਮੈਨ। ਤੇ ਐਕਸ ਆਫਿਸਕੋ ਚੇਅਰਮੈਨ ਕੌਣ ਹੁੰਦੇ ਨੇ? ਐਕਸ ਆਫਿਸਕੋ ਚੇਅਰਮੈਨ ਹੁੰਦੇ ਨੇ ਸਾਡੀ ਕੰਟਰੀ ਦੇ ਵਾਈਸ ਪ੍ਰੈਜ਼ੀਡੈਂਟ। ਤੇ ਵਾਈਸ ਪ੍ਰੈਜ਼ੀਡੈਂਟ ਦੀ ਇਲੈਕਸ਼ਨਸ ਕੌਣ ਕਰਦਾ ਹੈ? ਵਾਈਸ ਪ੍ਰੈਜ਼ੀਡੈਂਟ ਦੀ ਇਲੈਕਸ਼ਨਸ ਕੀਤੀਆਂ ਜਾਂਦੀਆਂ ਨੇ ਬਾਈ ਹੂਮ? ਆਲ ਦ ਮੈਂਬਰਸ ਆਫ ਪਾਰਲੀਮੈਂਟ। ਪਾਰਲੀਮੈਂਟ मतलब लोक सभा एंड राज्य सभा ਦੇ ਸਾਰੇ ਮੈਂਬਰ ਨੇ ਜੋ ਵਾਈਸ ਪ੍ਰੈਜ਼ੀਡੈਂਟ ਦੀ ਕੀ ਕਰਦੇ ਨੇ? ਚੋਣ ਕਰਦੇ ਨੇ। ਅਗਰ ਦੇਖਿਆ ਜਾਵੇ ਤਾਂ ਜੋ ਸਾਡਾ ਵਾਈਸ ਪ੍ਰੈਜ਼ੀਡੈਂਟ ਹੈ, ਅਗਰ ਸਾਡਾ ਪ੍ਰੈਜ਼ੀਡੈਂਟ ਪ੍ਰੈਜ਼ੈਂਟ ਨਾ ਹੋਵੇ ਆਪਣੀ ਕੁਰਸੀ ਦੇ ਉੱਤੇ ਤਾਂ ਸਾਡੀ ਕੰਟਰੀ ਦਾ ਐਜ਼ ਅ ਪ੍ਰੈਜ਼ੀਡੈਂਟ ਕੌਣ ਸਰਵ ਕਰੇਗਾ? ਤਾਂ ਉਸ ਪੋਜੀਸ਼ਨ ਨੂੰ ਹੈਂਡਲ ਕਰੇਗਾ ਸਾਡਾ ਵਾਈਸ ਪ੍ਰੈਜ਼ੀਡੈਂਟ। ਤੇ ਵਾਈਸ ਪ੍ਰੈਜ਼ੀਡੈਂਟ ਆਪਣਾ ਰਿਜ਼ਾਈਨ ਕਿਸ ਨੂੰ ਦਿੰਦਾ ਹੈ? ਪ੍ਰੈਜ਼ੀਡੈਂਟ ਨੂੰ ਹੀ ਆਪਣਾ ਰਿਜ਼ਾਈਨ ਦਿੰਦਾ। ਤੇ ਅਗਰ ਦੇਖਿਆ ਜਾਵੇ ਕਿ ਇਸ ਤੋਂ ਇਲਾਵਾ ਜੋ ਵਾਈਸ ਪ੍ਰੈਜ਼ੀਡੈਂਟ ਹੈ ਉਹ ਚੇਅਰਮੈਨ ਹੈ ਰਾਜ ਸਭਾ ਦਾ। ਇੱਕ ਰਾਜ ਸਭਾ ਦਾ ਕੌਣ ਹੁੰਦਾ? ਡਿਪਟੀ ਚੇਅਰਮੈਨ ਹੁੰਦਾ। ਤੇ ਡਿਪਟੀ ਚੇਅਰਮੈਨ ਆਪਣਾ ਜੋ ਰਿਜ਼ਾਈਨ ਹੈ ਉਹ ਕਿਸ ਨੂੰ ਦਿੰਦਾ? ਉਹ ਆਪਣਾ ਰਿਜ਼ਾਈਨ ਦਿੰਦਾ ਹੈ ਚੇਅਰਮੈਨ ਨੂੰ। ਬਟ ਚੇਅਰਮੈਨ ਹੈ ਉਹ ਆਪਣਾ ਰਿਜ਼ਾਈਨ ਦਿੰਦਾ ਹੈ ਪ੍ਰੈਜ਼ੀਡੈਂਟ ਨੂੰ। ਸੋ ਇੱਕ ਹਾਊਸ ਹੈ ਸਾਡਾ ਰਾਜ ਸਭਾ ਪਾਰਲੀਮੈਂਟ ਦੇ ਵਿੱਚ ਤੇ ਦੂਸਰਾ ਹਾਊਸ ਹੈ ਸਾਡਾ ਲੋਕ ਸਭਾ। ਅਗਰ ਰਾਜ ਸਭਾ ਦੇ ਵਿੱਚ ਦੇਖਿਆ ਜਾਵੇ ਕਿ ਮੈਂਬਰ ਕਿੰਨੇ ਹੋਣਗੇ, ਸਾਨੂੰ ਪਤਾ ਹੈ ਕਿ ਰਾਜ ਸਭਾ ਦੇ ਵਿੱਚ ਮੈਕਸਿਮਮ ਹੈਗੀ ਜਿਹੜੀ
ਕੁਆਂਟੀਟੀ ਉਹ 250 ਮੈਂਬਰਸ ਦੀ ਹੈ ਕਿ ਰਾਜ ਸਭਾ ਦੇ ਵਿੱਚ 250 ਮੈਂਬਰਸ ਹੋ ਸਕਦੇ ਹੈ, ਬਟ ਹੁਣ ਦੀ ਐਟ ਪ੍ਰੈਜ਼ੈਂਟ ਦੀ ਗੱਲ ਕਰੀਏ ਤਾਂ 245 ਮੈਂਬਰਸ ਨੇ ਜੋ ਰਾਜ ਸਭਾ ਦੇ ਵਿੱਚ ਇੰਡੀਆ ਦੇ ਵਿੱਚ ਹੁੰਦੇ ਨੇ। ਇਸ ਤੋਂ ਇਲਾਵਾ ਕਿਹੜੀ ਯੂਟੀਸ ਨੇ ਜਿਨ੍ਹਾਂ ਦੀ ਪਾਰਟਿਸਿਪੇਸ਼ਨ ਹੁੰਦੀ ਹੈ, ਸਾਡੀ ਪ੍ਰੈਜ਼ੈਂਟੇਸ਼ਨ ਹੁੰਦੀ ਹੈ, ਰਿਪਰੈਜ਼ੈਂਟੇਸ਼ਨ ਹੁੰਦੀ ਹੈ ਰਾਜ ਸਭਾ ਦੇ ਵਿੱਚ, ਉਹ ਹੈ ਸਾਡੀ ਦਿੱਲੀ, ਪੌਂਡੀਚੇਰੀ ਐਂਡ ਜੰਮੂ ਐਂਡ ਕਸ਼ਮੀਰ। ਇਹ ਤਿੰਨ ਯੂਟੀਸ ਦੀ ਰਿਪਰੈਜ਼ੈਂਟੇਸ਼ਨ ਹੈਗੀ ਹੈ ਕਿੱਥੇ, ਰਾਜ ਸਭਾ ਦੇ ਵਿੱਚ। ਸੋ ਨੈਕਸਟ ਕੁਐਸਚਨ ਦੇ ਮੂਵ ਕਰਦੇ ਹਾਂ। ਨੈਕਸਟ ਕੁਐਸਚਨ ਹੈ ਜੀ ਸਾਡਾ, ਕਹਿੰਦੇ what can be the maximum number of members in a legislative assembly of a state in India। ਹੁਣ ਸਾਨੂੰ ਪਤਾ ਹੈ ਕਿ ਹਰ ਸਟੇਟ ਦੀ ਆਪਣੀ ਆਪਣੀ ਕੀ ਹੁੰਦੀ ਹੈ, ਇੱਕ ਲੈਜਿਸਲੇਟਿਵ ਅਸੈਂਬਲੀ ਹੁੰਦੀ ਹੈ। ਪੁੱਛਿਆ ਗਿਆ ਹੈ ਕਿ ਕਿਸੇ ਵੀ ਸਟੇਟ ਦੀ ਕਿਸੇ ਵੀ ਲੈਜਿਸਲੇਟਿਵ ਅਸੈਂਬਲੀ ਦੇ ਵਿੱਚ ਮੈਕਸਿਮਮ ਕਿੰਨੇ ਮੈਂਬਰ ਹੋ ਸਕਦੇ ਨੇ। ਹੁਣ ਸਾਨੂੰ ਪਤਾ ਹੈ ਕਿ ਹਰ ਸਟੇਟ ਦੀ ਲੈਜਿਸਲੇਟਿਵ ਅਸੈਂਬਲੀ ਦੀ ਜਿਹੜੇ ਮੈਂਬਰਸ ਨੇ ਉਹ ਅਲੱਗ-ਅਲੱਗ ਨੇ। ਕਿਸੇ ਤੇ ਇੱਕ ਜਿਵੇਂ ਅਗਰ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੀ ਲੈਜਿਸਲੇਟਿਵ ਅਸੈਂਬਲੀ ਦੇ ਵਿੱਚ ਕਿੰਨੇ ਮੈਂਬਰ ਨੇ, 117 ਮੈਂਬਰ ਨੇ। ਠੀਕ ਹੈ, ਪੰਜਾਬ ਦੀ ਗੱਲ ਕਰੀਏ ਤੇ 117 ਮੈਂਬਰ ਨੇ ਲੈਜਿਸਲੇਟਿਵ ਅਸੈਂਬਲੀ ਦੇ ਵਿੱਚ। ਅਗਰ ਗੱਲ ਕਰੀਏ ਕਿ ਪੰਜਾਬ ਦੀ ਰਾਜ ਸਭਾ ਦੇ ਵਿੱਚ ਕਿੰਨੀਆਂ ਸੀਟਸ ਨੇ, 7 ਸੀਟਸ ਨੇ। ਅਗਰ ਗੱਲ ਕਰੀਏ ਪੰਜਾਬ ਦੀ ਲੋਕ ਸਭਾ ਦੇ ਵਿੱਚ ਤਾਂ 13 ਸੀਟਸ ਨੇ। ਠੀਕ ਹੈ, ਅਗਰ ਗੱਲ ਕੀਤੀ ਜਾਵੇ ਤਾਂ ਹਰ ਇੱਕ ਸਟੇਟ ਦੀ ਆਪਣੀ ਲੈਜਿਸਲੇਟਿਵ ਅਸੈਂਬਲੀ ਦੇ ਆਪਣੇ ਆਪਣੇ ਮੈਂਬਰ ਹੁੰਦੇ ਨੇ। ਠੀਕ ਹੈ, ਬਟ ਪੁੱਛਿਆ ਗਿਆ ਹੈ ਓਵਰਆਲ ਕਿ ਮੈਕਸਿਮਮ ਕਿਸੇ ਵੀ ਸਟੇਟ ਦੀ ਲੈਜਿਸਲੇਟਿਵ ਅਸੈਂਬਲੀ ਦੇ ਮੈਕਸਿਮਮ ਮੈਂਬਰ ਕਿੰਨੇ ਹੋ ਸਕਦੇ ਨੇ, ਤਾਂ ਇਸ ਕੁਐਸਚਨ ਦਾ ਆਨਸਰ ਹੋਏਗਾ 500। ਠੀਕ ਹੈ, ਆਨਸਰ ਹੋਏਗਾ ਆਪਸ਼ਨ ਬੀ। ਤਾਂ ਕਿਸੇ ਵੀ ਲੈਜਿਸਲੇਟਿਵ ਅਸੈਂਬਲੀ ਦੇ ਮੈਕਸਿਮਮ ਕਿੰਨੇ ਮੈਂਬਰ ਹੋ ਸਕਦੇ ਨੇ, ਤਾਂ 500 ਮੈਂਬਰ ਹੋ ਸਕਦੇ ਨੇ। ਅਗਰ ਪੁੱਛਿਆ ਜਾਵੇ ਮਿਨੀਮਮ ਤਾਂ ਮਿਨੀਮਮ ਹੋਣਗੇ 60 ਮੈਂਬਰ ਹੋ ਸਕਦੇ ਨੇ। ਇਹ ਗੱਲ ਕੀਤੀ ਗਈ ਹੈ ਕਿਸੇ ਸਟੇਟ ਦੀ ਲੈਜਿਸਲੇਟਿਵ ਅਸੈਂਬਲੀ ਦੀ। ਸੋ ਅਗਰ ਗੱਲ ਪੁੱਛੀ ਜਾਵੇ ਲੈਜਿਸਲੇਟਿਵ ਕਾਉਂਸਿਲ ਦੀ ਕਿ ਕਿਸੇ ਸਟੇਟ ਦੀ ਲੈਜਿਸਲੇਟਿਵ ਕਾਉਂਸਿਲ ਦੇ ਮੈਕਸਿਮਮ ਮੈਂਬਰ ਕਿੰਨੇ ਹੋ ਸਕਦੇ ਨੇ, ਤਾਂ ਉਹ ਹੋਏਗਾ ਉਸ ਸਟੇਟ ਦੀ ਲੈਜਿਸਲੇਟਿਵ ਅਸੈਂਬਲੀ ਦੇ 1/3 ਪਾਰਟ। ਠੀਕ ਹੈ, ਉਸ ਸਟੇਟ ਦੀ ਲੈਜਿਸਲੇਟਿਵ ਅਸੈਂਬਲੀ ਦੇ 1/3 ਪਾਰਟ ਜਿੰਨੇ ਹੀ ਮੈਕਸਿਮਮ ਮੈਂਬਰ ਹੋ ਸਕਦੇ ਨੇ। ਅਗਰ ਪੁੱਛਿਆ ਜਾਵੇ ਮਿਨੀਮਮ ਕਿੰਨੇ ਮੈਂਬਰ ਹੋ ਸਕਦੇ ਨੇ, ਤਾਂ ਮਿਨੀਮਮ ਹੋ ਸਕਦੇ ਨੇ 40 ਮੈਂਬਰ ਇਨ ਅ ਲੈਜਿਸਲੇਟਿਵ ਕਾਉਂਸਿਲ। ਸਾਨੂੰ ਪਤਾ ਹੈ ਕਿ ਲੈਜਿਸਲੇਟਿਵ ਕਾਉਂਸਿਲ ਸਾਡੀ ਕੰਟਰੀ ਦੀ ਕਿੰਨੀਆਂ ਸਟੇਟ ਦੇ ਵਿੱਚ ਹੈ, ਓਨਲੀ 6 ਸਟੇਟਸ ਦੇ ਵਿੱਚ ਹੈ ਸਾਡੀ ਲੈਜਿਸਲੇਟਿਵ ਕਾਉਂਸਿਲ। ਉਹ ਕਿਹੜੀਆਂ 6 ਸਟੇਟਸ ਨੇ, ਬਿਹਾਰ, ਉੱਤਰ ਪ੍ਰਦੇਸ਼, ਕਰਨਾਟਕਾ, ਆਂਧਰਾ ਪ੍ਰਦੇਸ਼, ਤੇਲੰਗਾਨਾ ਤੇ ਇੱਕ ਆਪਣਾ ਮਹਾਰਾਸ਼ਟਰ। ਠੀਕ ਹੈ, ਸੋ ਇਹ 6 ਸਟੇਟਸ ਦੇ ਵਿੱਚ ਨੇ ਸਾਡੀ ਲੈਜਿਸਲੇਟਿਵ ਕਾਉਂਸਿਲ। ਤੇ ਲੈਜਿਸਲੇਟਿਵ ਕਾਉਂਸਿਲ ਦੇ ਮੈਂ ਦੱਸ ਚੁੱਕੀ ਹਾਂ ਕਿ ਮੈਕਸਿਮਮ ਜਾਂ ਮਿਨੀਮਮ ਕਿੰਨੇ ਮੈਂਬਰ ਹੋ ਸਕਦੇ ਨੇ। ਨੈਕਸਟ ਕੁਐਸਚਨ ਹੈ, ਕੁਐਸਚਨ ਨੂੰ ਧਿਆਨ ਨਾਲ ਪੜ੍ਹਨਾ ਹੈ, ਦੈਨ ਆਫਟਰ ਦੈਟ ਕੁਐਸਚਨ ਦਾ ਆਨਸਰ ਕਰਨਾ ਹੈ। ਕੁਐਸਚਨ ਕੀ ਪੁੱਛਿਆ ਹੈ, which among the following amendment of the constitution of India, question ਕੀ ਹੈ, which among the following amendment of constitution of India had accorded presidency to the directive principles over fundamental rights। ਕਹਿੰਦੇ ਉਹ ਕਿਹੜੀ ਅਮੈਂਡਮੈਂਟ ਹੋਈ ਹੈ ਸਾਡੀ ਕੰਟਰੀ ਦੇ ਵਿੱਚ ਜਿਸ ਨੇ ਡਾਇਰੈਕਟਿਵ ਪ੍ਰਿੰਸੀਪਲ ਦੇ ਲਾਅ ਨੂੰ, ਡਾਇਰੈਕਟਿਵ ਪ੍ਰਿੰਸੀਪਲ ਦੇ ਵਿੱਚ ਬਣਾਏ ਗਏ ਲਾਅ ਨੂੰ ਓਵਰਹੈਡ ਕੀਤਾ ਗਿਆ ਕਿਸ ਦੇ ਉੱਤੇ, ਫੰਡਾਮੈਂਟਲ ਰਾਈਟਸ ਦੇ ਉੱਤੇ। ਠੀਕ ਹੈ ਜੀ, ਸੋ ਇਸ ਕੁਐਸਚਨ ਦਾ ਆਨਸਰ ਫਸਟਲੀ ਤੁਸੀਂ ਵਿਦਿਨ ਸੈਕਿੰਡ ਆਨਸਰ ਕਰਨ ਦੀ ਕੋਸ਼ਿਸ਼ ਕਰਨੀ ਹੈ ਤੇ ਆਨਸਰ ਨੂੰ ਸੋਚਣਾ ਹੈ ਕਿ ਇਸ ਕੁਐਸਚਨ ਦਾ ਆਨਸਰ ਕੀ ਹੋ ਸਕਦਾ ਹੈ। ਪੁੱਛਿਆ ਗਿਆ ਕਿ ਕਿਹੜੀ ਅਮੈਂਡਮੈਂਟ ਹੈ ਸਾਡੀ ਕੰਟਰੀ ਦੀ ਜਿਸ ਨੇ ਕੀ ਕੀਤਾ ਹੈ, ਫੰਡਾਮੈਂਟਲ ਰਾਈਟਸ ਦੇ ਲਾਅ ਦੇ ਉੱਤੇ। ਕਹਿਣ ਦਾ ਭਾਵ ਅਗਰ ਕੋਈ ਡਾਇਰੈਕਟਿਵ ਪ੍ਰਿੰਸੀਪਲ ਦੇ ਵਿੱਚੋਂ ਕੋਈ ਐਸਾ ਲਾਅ ਬਣਾਇਆ ਗਿਆ ਕਿਉਂਕਿ ਇਸ ਤਰੀਕੇ ਨਾਲ ਲੱਗ ਰਿਹਾ ਜੋ ਫੰਡਾਮੈਂਟਲ ਰਾਈਟ ਨੂੰ ਕੀ ਕਰ ਰਿਹਾ, ਵਾਇਲੇਟ ਕਰ ਰਿਹਾ। ਠੀਕ ਹੈ, ਫੰਡਾਮੈਂਟਲ ਰਾਈਟ ਨੂੰ ਭੰਗ ਕਰ ਰਿਹਾ, ਤਾਂ ਕਹਿੰਦੇ ਉਸ ਲਾਅ ਨੂੰ ਅਨਕਨਸਟੀਟਿਊਸ਼ਨਲ ਲਾਅ ਡਿਕਲੇਅਰ ਨਹੀਂ ਕੀਤਾ ਜਾ ਸਕਦਾ। ਸੋ ਇਸ ਕੁਐਸਚਨ ਦਾ ਆਨਸਰ ਹੋਏਗਾ 42nd ਅਮੈਂਡਮੈਂਟ। ਕਿ ਕਿਹੜੀ ਉਹ ਅਮੈਂਡਮੈਂਟ ਸੀ ਜਿਸ ਨੇ ਕੀ ਕੀਤਾ ਸੀ, ਡਾਇਰੈਕਟਿਵ ਪ੍ਰਿੰਸੀਪਲ ਐਂਡ ਸਟੇਟ ਪਾਲਿਸੀ ਨੂੰ ਓਵਰ ਕੀਤਾ ਸੀ ਫੰਡਾਮੈਂਟਲ ਰਾਈਟਸ ਦੇ ਉੱਤੇ। ਕਿ ਅਗਰ ਕੋਈ ਡਾਇਰੈਕਟਿਵ ਪ੍ਰਿੰਸੀਪਲ ਐਂਡ ਸਟੇਟ ਪਾਲਿਸੀ ਦੇ ਵਿੱਚੋਂ ਕੱਢ ਕੇ ਕੋਈ ਲਾਅ ਬਣਾਇਆ ਜਾਵੇ, ਅਗਰ ਉਹ ਫੰਡਾਮੈਂਟਲ ਰਾਈਟ ਨੂੰ ਵਾਇਲੇਟ ਕਰੇ ਤਾਂ ਉਸ ਨੂੰ ਅਨਕਨਸਟੀਟਿਊਸ਼ਨਲ ਲਾਅ ਨਹੀਂ ਕਿਹਾ ਜਾਏਗਾ। ਸੋ ਇਹ ਗੱਲ ਹੋਈ ਸੀ ਕਿਸ ਦੇ ਵਿੱਚ, 42nd ਅਮੈਂਡਮੈਂਟ 1976 ਦੇ ਵਿੱਚ। ਇਹ ਬਹੁਤ ਇੰਪੋਰਟੈਂਟ ਅਮੈਂਡਮੈਂਟ ਹੈ, ਇਹਦੇ ਵਿੱਚ ਬਹੁਤ ਸਾਰੀਆਂ ਚੇਂਜਸ ਕੀਤੀਆਂ ਗਈਆਂ ਸੀ। 42nd ਅਮੈਂਡਮੈਂਟ ਦੇ ਵਿੱਚ ਹੋਰ ਕੀ ਕੀਤਾ ਗਿਆ ਸੀ, ਸਾਡਾ ਜੋ ਪ੍ਰੀਐਮਬਲ ਹੈ ਉਸ ਨੂੰ ਅਮੈਂਡ ਕੀਤਾ ਗਿਆ ਸੀ, ਜਿਸ ਦੇ ਵਿੱਚ
3 वर्ड्स ਨੂੰ ਐਡ ਕੀਤਾ ਗਿਆ ਸੀ। ਕਿਹੜੇ-ਕਿਹੜੇ ਵਰਡ ਸੀ? ਇੱਕ ਤਾਂ ਜੀ ਸੋਸ਼ਲਿਸਟ ਸੀ, ਇੱਕ ਸੈਕੂਲਰ ਸੀ ਤੇ ਇੱਕ ਇੰਟੀਗ੍ਰਿਟੀ। 3 ਵਰਡਸ ਨੂੰ ਐਡ ਕੀਤਾ ਗਿਆ ਸੀ ਸਾਡੇ ਫੰਡਾਮੈਂਟਲ ਰਾਈਟਸ ਦੇ ਵਿੱਚ ਕਿਸ ਅਮੈਂਡਮੈਂਟ ਦੇ ਨਾਲ? 42nd ਅਮੈਂਡਮੈਂਟ 1976। ਸੋ ਇਸੇ ਤਰੀਕੇ ਦੇ ਨਾਲ ਸਾਡੀ 44th ਅਮੈਂਡਮੈਂਟ ਵੀ ਇੰਪੋਰਟੈਂਟ ਹੈ। 44th ਅਮੈਂਡਮੈਂਟ ਦੇ ਨਾਲ ਜੋ ਸਾਡਾ ਫੰਡਾਮੈਂਟਲ ਰਾਈਟ ਸੀ, ਜੋ ਕਿਹੜਾ ਰਾਈਟ ਸੀ? ਉਹ ਪ੍ਰੋਪਰਟੀ ਰਾਈਟ। ਪ੍ਰੋਪਰਟੀ ਰਾਈਟ ਨੂੰ ਕੀ ਕਰ ਦਿੱਤਾ ਗਿਆ ਸੀ? ਅੰਡਰ ਆਰਟੀਕਲ 300A ਇੱਕ ਲੀਗਲ ਰਾਈਟ ਬਣਾ ਦਿੱਤਾ ਗਿਆ ਸੀ। ਇਸ ਨੂੰ ਚੱਕ ਕੇ ਫੰਡਾਮੈਂਟਲ ਰਾਈਟ ਨੂੰ ਖਤਮ ਕਰਕੇ ਉਸ ਨੂੰ ਕੀ ਕਰ ਦਿੱਤਾ ਗਿਆ ਸੀ? ਇੱਕ ਤਰੀਕੇ ਦਾ ਸਾਡਾ ਲੀਗਲ ਰਾਈਟ ਬਣਾਇਆ ਗਿਆ ਸੀ ਵਿਦ 44th ਅਮੈਂਡਮੈਂਟ, ਜੋ ਕਦੋਂ ਹੋਈ ਸੀ? 1978 ਦੇ ਵਿੱਚ ਹੋਈ ਸੀ। ਸੋ ਇਹ ਜੋ ਅਮੈਂਡਮੈਂਟਸ ਨੇ ਕੁਝ ਕੁ ਬਹੁਤ ਜ਼ਿਆਦਾ ਇੰਪੋਰਟੈਂਟ ਨੇ। ਸੋ ਨੈਕਸਟ ਕੁਐਸਚਨ ਹੈ, what happens if Lok Sabha passes a no confidence motion against Council of Minister? ਪੁੱਛਿਆ ਕੀ ਗਿਆ ਹੈ ਕਿ ਅਗਰ ਸਾਡੀ ਲੋਕ ਸਭਾ ਦੇ ਵਿੱਚ no confidence motion ਪਾਸ ਹੋ ਜੇ, ਕੀ ਕਿਹਾ ਗਿਆ ਹੈ? what happens if the Lok Sabha passes a no confidence motion against Council of Minister? ਕਹਿੰਦੇ ਅਗਰ ਜਿਹੜੀ ਸਾਡੀ ਲੋਕ ਸਭਾ ਹੈ ਉਹ no confidence ਪਾਸ ਕਰਦੇ ਕਿਹਨਾਂ ਦੇ ਅਗੇਂਸਟ? ਕਾਉਂਸਿਲ ਆਫ ਮਿਨਿਸਟਰਸ ਦੇ ਅਗੇਂਸਟ। ਤਾਂ ਉਸ ਕੇਸ ਦੇ ਵਿੱਚ ਕੀ ਹੋਏਗਾ? ਹੁਣ ਸਭ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਨੋ ਕੌਨਫੀਡੈਂਸ ਮੋਸ਼ਨ ਹੁੰਦਾ ਕੀ ਹੈ। ਇਹ ਸਭ ਨੂੰ ਪਤਾ ਹੋਏਗਾ ਕਿ ਨੋ ਕੌਨਫੀਡੈਂਸ ਮੋਸ਼ਨ ਹਮੇਸ਼ਾ ਸਰਕਾਰ ਦੇ ਅਗੇਂਸਟ ਕੱਢਿਆ ਜਾਂਦਾ ਹੈ। ਦੇਖੋ ਕੋਈ ਵੀ ਸਰਕਾਰ ਉਨਾ ਟਾਈਮ ਇੰਜੋਏ ਕਰੇਗੀ, ਕੋਈ ਪ੍ਰਾਈਮ ਮਿਨਿਸਟਰ ਆਪਣੀ ਕੁਰਸੀ ਦਾ ਲੁਤਫ ਉਨਾ ਟਾਈਮ ਹੀ ਉਠਾ ਸਕੇਗਾ ਜਿੰਨਾ ਟਾਈਮ ਉਹਦੀ ਸਰਕਾਰ ਕੋਲ ਕੀ ਹੈ? ਕੌਨਫੀਡੈਂਸ ਹੈ। ਅਗਰ ਉਸ ਸਰਕਾਰ ਨੇ ਆਪਣਾ ਕੌਨਫੀਡੈਂਸ ਲੂਜ਼ ਕਰਤਾ ਤਾਂ ਉਸ ਦੇ ਅਗੇਂਸਟ ਕੀ ਹੋ ਜਾਏਗਾ? नो कॉन्फिडेंस मोशन आएगा तो उसनू की करना पएगा? पूरी दी पूरी सरकार की हो जाएगी? गिर जाएगी। ਤੇ नो कॉन्फिडेंस मोशन ਉਦੋਂ ਆਂਦਾ ਜਦੋਂ ਕੋਈ ਬਿੱਲ ਕੋਈ ਬਿੱਲ ਲੈ ਕੇ ਆਂਦੇ ਹੋਵੇ ਉਹ ਪਾਸ ਨਾ ਹੋਵੇ, ਉਹ ਮੈਜੋਰਿਟੀ ਦੇ ਨਾਲ ਪਾਸ ਨਾ ਹੋ ਰਿਹਾ ਹੋਵੇ। ਸਰਕਾਰ ਕੋਈ ਬਿੱਲ ਲੈ ਕੇ ਆਈ ਬਟ ਉਹ ਮੈਜੋਰਿਟੀ ਦੇ ਨਾਲ ਪਾਸ ਨਹੀਂ ਹੋ ਰਿਹਾ। ਜੇਕਰ ਉਹ ਬਿੱਲ ਮੈਜੋਰਿਟੀ ਦੇ ਨਾਲ ਪਾਸ ਨਹੀਂ ਹੋ ਰਿਹਾ, ਇਹਦਾ ਨਤੀਜਾ ਕੀ ਹੈ? ਇਹਦਾ ਮਤਲਬ ਕੀ ਹੈ ਕਿ ਅਗਰ ਕੋਈ ਬਿੱਲ ਮੈਜੋਰਿਟੀ ਦੇ ਨਾਲ ਪਾਸ ਨਹੀਂ ਹੋ ਰਿਹਾ, that means ਉਸ ਸਰਕਾਰ ਕੋਲ ਕੌਨਫੀਡੈਂਸ ਨਹੀਂ ਹੈ। ਅਗਰ ਸਰਕਾਰ ਕੋਲ ਕੌਨਫੀਡੈਂਸ ਨਹੀਂ ਹੈ ਤਾਂ ਉਸ ਸਰਕਾਰ ਦੇ ਅਗੇਂਸਟ ਆਪੋਜੀਸ਼ਨ ਦੀ ਪਾਰਟੀ ਨੋ ਕੌਨਫੀਡੈਂਸ ਮੋਸ਼ਨ ਪਾਸ ਕਰ ਸਕਦੀ ਹੈ। ਅਗਰ ਉਹ ਮੋਸ਼ਨ ਪਾਸ ਹੋ ਜੇ ਤਾਂ ਪੂਰੀ ਦੀ ਪੂਰੀ ਸਰਕਾਰ ਕੀ ਹੈ? ਗਿਰ ਜਾਂਦੀ ਹੈ। that means ਉਸ ਕੰਡੀਸ਼ਨ ਵਿੱਚ ਪੂਰੀ ਕਾਉਂਸਿਲ ਆਫ ਮਿਨਿਸਟਰ ਤੇ ਬਾਕੀ ਮਿਨਿਸਟਰਸ ਐਸ ਵੈਲ ਐਸ ਪ੍ਰਾਈਮ ਮਿਨਿਸਟਰ ਦੇਣਾ ਪੈਂਦਾ, ਰਿਜ਼ਾਈਨ ਦੇਣਾ ਪੈਂਦਾ। ਸੋ ਦੇਖਦੇ ਆ ਕਿਹੜੀ ਸਟੇਟਮੈਂਟ ਸਹੀ ਹੈ। ਓਨਲੀ ਮਿਨਿਸਟਰ ਫਰੋਮ ਲੋਕ ਸਭਾ ਰਿਜ਼ਾਈਨ, ਕਹਿੰਦੇ ਸਿਰਫ ਕੱਲੇ ਮਿਨਿਸਟਰਸ ਨੂੰ ਲੋਕ ਸਭਾ ਦੇ ਵਿੱਚੋਂ ਰਿਜ਼ਾਈਨ ਦੇਣਾ ਪਏਗਾ? ਬਿਲਕੁਲ ਨਹੀਂ, ਬਿਕਾਜ਼ ਪੂਰੀ ਸਰਕਾਰ ਗਿਰਨੀ ਹੈ। ਸੈਕਿੰਡ, ਓਨਲੀ ਮਿਨਿਸਟਰ ਫਰੋਮ ਰਾਜ ਸਭਾ, ਰਾਜ ਸਭਾ ਨੂੰ ਕਿਉਂ ਰਿਜ਼ਾਈਨ ਦੇਣਾ ਪਏਗਾ? ਰਾਜ ਸਭਾ ਦਾ ਤਾਂ ਕੋਈ ਲਿੰਕ ਹੀ ਨਹੀਂ ਹੈ ਨੋ ਕੌਨਫੀਡੈਂਸ ਮੋਸ਼ਨ ਦੇ ਨਾਲ। ਨੈਕਸਟ ਹੈ ਕਹਿੰਦੇ ਆਲ ਮਿਨਿਸਟਰ ਹੈਵ ਟੂ ਰਿਜ਼ਾਈਨ, ਇਹ ਬਿਲਕੁਲ ਸਹੀ ਸਟੇਟਮੈਂਟ ਹੈ ਕਿ ਉਸ ਸਰਕਾਰ ਦੇ ਜਿੰਨੇ ਵੀ ਮਿਨਿਸਟਰ ਨੇ ਸਭ ਨੂੰ ਰਿਜ਼ਾਈਨ ਦੇਣਾ ਪਏਗਾ, ਇਨਕਲੂਡਿੰਗ ਪ੍ਰਾਈਮ ਮਿਨਿਸਟਰ। ਪ੍ਰਾਈਮ ਮਿਨਿਸਟਰ ਨੂੰ ਵੀ ਕੀ ਦੇਣਾ ਪਏਗਾ? ਰਿਜ਼ਾਈਨ ਦੇਣਾ ਪਏਗਾ ਅਗਰ ਸਰਕਾਰ ਦੇ ਅਗੇਂਸਟ ਕੀ ਹੁੰਦਾ ਹੈ? ਨੋ ਕੌਨਫੀਡੈਂਸ ਮੋਸ਼ਨ ਪਾਸ ਕੀਤਾ ਜਾਂਦਾ ਹੈ। ਨੈਕਸਟ ਕੁਐਸਚਨ ਪੁੱਛਿਆ ਗਿਆ ਜੀ ਅੱਜ ਦੀ ਸੀਰੀਜ਼ ਦਾ ਇੰਪੋਰਟੈਂਟ, ਸਾਰੇ ਦੇ ਸਾਰੇ ਇੰਪੋਰਟੈਂਟ ਕੁਐਸਚਨ ਰੱਖੇ ਜਾਂਦੇ ਨੇ। which of the following is not appointed by prime minister? ਕਹਿੰਦੇ ਨਿਸ਼ਚੇ ਦਿੱਤਿਆਂ ਦੇ ਵਿੱਚੋਂ ਕਿਹੜੀ ਸ਼ਖਸੀਅਤ ਹੈ, ਕਿਹੜੀ ਪਰਸਨੈਲਿਟੀ ਹੈ ਜਿਸ ਨੂੰ ਪ੍ਰਾਈਮ ਮਿਨਿਸਟਰ ਦੇ ਦੁਆਰਾ ਅਪਾਇੰਟ ਨਹੀਂ ਕੀਤਾ ਜਾਂਦਾ? ਕੁਐਸਚਨ ਨੂੰ ਧਿਆਨ ਦੇ ਨਾਲ ਪੜ੍ਹਨਾ ਹੈ ਕਿ ਨਿਸ਼ਚੇ ਦਿੱਤਿਆਂ ਦੇ ਵਿੱਚੋਂ ਕਿਹੜੀ ਪਰਸਨੈਲਿਟੀ ਹੈ ਜਾਂ ਕਿਹੜੀ ਸ਼ਖਸੀਅਤ ਹੈ ਜਿਸ ਨੂੰ ਪ੍ਰਾਈਮ ਮਿਨਿਸਟਰ ਦੇ ਦੁਆਰਾ ਅਪਾਇੰਟ ਨਹੀਂ ਕੀਤਾ ਜਾਂਦਾ। ਹੁਣ ਇਹ ਚੀਜ਼ ਦਾ ਸਭ ਨੂੰ ਪਤਾ ਹੋਏਗਾ ਕਿ ਜੋ ਸਾਡੇ ਪ੍ਰਾਈਮ ਮਿਨਿਸਟਰ ਨੇ ਪ੍ਰਾਈਮ ਮਿਨਿਸਟਰ ਬੋਲ ਗਈ, ਪ੍ਰੈਜ਼ੀਡੈਂਟ ਦੇ ਦੁਆਰਾ ਅਪਾਇੰਟ ਨਹੀਂ ਕੀਤਾ ਜਾਂਦਾ। ਹੁਣ ਸਾਨੂੰ ਪਤਾ ਹੈ ਕਿ ਜੋ ਸਾਡੇ ਪ੍ਰੈਜ਼ੀਡੈਂਟ ਨੇ ਉਹਨਾਂ ਦੇ ਦੁਆਰਾ ਬਹੁਤ ਸਾਰੀਆਂ ਪਰਸਨੈਲਿਟੀਜ਼ ਨੂੰ ਜਾਂ ਬਹੁਤ ਸਾਰੇ ਜੋ ਆਫੀਸਰਸ ਨੇ ਉਹਨਾਂ ਨੂੰ ਅਪਾਇੰਟ ਕੀਤਾ ਜਾਂਦਾ ਹੈ। ਅਗਰ ਫੋਰ ਐਗਜ਼ਾਮਪਲ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਅੰਡਰ ਆਰਟੀਕਲ 75 ਪ੍ਰੈਜ਼ੀਡੈਂਟ ਦੇ ਦੁਆਰਾ ਅਪਾਇੰਟ ਕੀਤਾ ਜਾਂਦਾ ਹੈ ਪ੍ਰਾਈਮ ਮਿਨਿਸਟਰਸ ਨੂੰ, ਤੇ ਪ੍ਰਾਈਮ ਮਿਨਿਸਟਰ ਦੀ ਏਡ ਐਂਡ ਐਡਵਾਈਸ ਦੇ ਨਾਲ ਪ੍ਰੈਜ਼ੀਡੈਂਟ ਅਪਾਇੰਟ ਕਰਦਾ ਹੈ ਕਾਉਂਸਿਲ ਆਫ ਮਿਨਿਸਟਰਸ ਨੂੰ। ਇਸ ਤੋਂ ਇਲਾਵਾ ਅਗਰ ਗੱਲ ਕੀਤੀ ਜਾਵੇ ਅਟਾਰਨੀ ਜਨਰਲ ਨੂੰ ਵੀ ਅਪਾਇੰਟ ਕੀਤਾ ਜਾਂਦਾ ਹੈ ਪ੍ਰੈਜ਼ੀਡੈਂਟ ਦੇ ਦੁਆਰਾ। ਕੈਗ ਕੰਟਰੋਲਰ ਐਡੀਟਰ ਜਨਰਲ ਨੂੰ ਵੀ ਅਪਾਇੰਟ ਕੀਤਾ ਜਾਂਦਾ ਹੈ, ਪ੍ਰਾਈਮ ਮਿਨਿਸਟਰ ਨੂੰ ਵੀ ਕੀਤਾ ਜਾਂਦਾ ਹੈ, ਕਾਉਂਸਿਲ ਆਫ ਮਿਨਿਸਟਰਸ ਨੂੰ ਵੀ ਕੀਤਾ ਜਾਂਦਾ ਹੈ।
यूपीएससी ਦੇ ਜੋ ਸਾਡੇ ਚੇਅਰਮੈਨ ਹੁੰਦੇ ਨੇ ਜਾਂ ਉਹਦੇ ਮੈਂਬਰਸ ਹੁੰਦੇ ਨੇ ਉਹਨਾਂ ਨੂੰ ਵੀ ਅਪਾਇੰਟ ਕੀਤਾ ਜਾਂਦਾ ਪ੍ਰੈਜ਼ੀਡੈਂਟ ਦੇ ਦੁਆਰਾ ਸਿਵਲ ਸਰਵਿਸ ਦੇ ਵਿੱਚ ਹੀ ਆ ਗਏ ਉਹ ਚੀਜ਼ਾਂ ਠੀਕ ਹੈ ਸੋ ਇਹ ਬਹੁਤ ਸਾਰੇ ਮੈਂਬਰਸ ਨੇ ਜਿਨ੍ਹਾਂ ਨੂੰ ਅਪਾਇੰਟ ਕੀਤਾ ਜਾਂਦਾ ਪ੍ਰੈਜ਼ੀਡੈਂਟ ਦੇ ਦੁਆਰਾ ਤਾਂ ਪੁੱਛਿਆ ਗਿਆ ਕਿ ਨੀਚੇ ਦਿੱਤਿਆਂ ਦੇ ਵਿੱਚੋਂ ਕਿਸ ਨੂੰ ਪ੍ਰੈਜ਼ੀਡੈਂਟ ਦੇ ਦੁਆਰਾ ਅਪਾਇੰਟ ਨਹੀਂ ਕੀਤਾ ਜਾਂਦਾ ਦੇਖੋ ਪ੍ਰੈਜ਼ੀਡੈਂਟ ਸਾਨੂੰ ਪਤਾ ਅੰਡਰ ਆਰਟੀਕਲ 75 ਜਿਹੜੇ ਸਾਡੇ ਪ੍ਰਾਈਮ ਮਿਨਿਸਟਰ ਨੇ ਉਹਨਾਂ ਨੂੰ ਵੀ ਅਪਾਇੰਟ ਹੀ ਕੀਤਾ ਜਾਂਦਾ ਪ੍ਰੈਜ਼ੀਡੈਂਟ ਦੇ ਦੁਆਰਾ ਚੀਫ ਇਲੈਕਸ਼ਨ ਕਮਿਸ਼ਨਰ ਬਿਲਕੁਲ ਸਹੀ ਜੀ ਚੀਫ ਇਲੈਕਸ਼ਨ ਕਮਿਸ਼ਨਰ ਨੂੰ ਵੀ ਪ੍ਰੈਜ਼ੀਡੈਂਟ ਦੇ ਦੁਆਰਾ ਅਪਾਇੰਟ ਕੀਤਾ ਜਾਂਦਾ ਹੈ ਜੋ ਸਾਡੀ ਹਰ ਇੱਕ ਸਟੇਟ ਦੇ ਵਿੱਚ ਗਵਰਨਰ ਬਿਠਾਇਆ ਹੋਇਆ ਹੈ ਗਵਰਨਰ ਕੌਣ ਹੈ ਇਹ ਸੈਂਟਰ ਦਾ ਏਜੰਟ ਹੁੰਦਾ ਹੈ ਇਸ ਨੂੰ ਕਿੱਥੇ ਰੱਖਿਆ ਹੋਇਆ ਹੈ ਹਰ ਸਟੇਟ ਦੇ ਵਿੱਚ ਤਾਂ ਇਸ ਨੂੰ ਵੀ ਕਿਸ ਦੇ ਦੁਆਰਾ ਅਪਾਇੰਟ ਕੀਤਾ ਜਾਂਦਾ ਹੈ ਗਵਰਨਰ ਦੇ ਦੁਆਰਾ ਜਿੰਨੇ ਵੀ ਪ੍ਰੈਜ਼ੀਡੈਂਟ ਦੇ ਦੁਆਰਾ ਗਵਰਨਰ ਨੂੰ ਅਪਾਇੰਟ ਕੀਤਾ ਜਾਂਦਾ ਹੈ ਤੇ ਇਹ ਅੰਡਰ ਪਲੇਜ਼ਰ ਆਫ ਪ੍ਰੈਜ਼ੀਡੈਂਟ ਹੀ ਕੀ ਕਰਦਾ ਹੈ ਸਰਵ ਕਰਦਾ ਹੈ ਕਹਿਣ ਦਾ ਭਾਵ ਜਦੋਂ ਪ੍ਰੈਜ਼ੀਡੈਂਟ ਨੂੰ ਲੱਗੇ ਕਿ ਗਵਰਨਰ ਅੱਛੇ ਤਰੀਕੇ ਦੇ ਨਾਲ ਕੰਮ ਨਹੀਂ ਕਰ ਰਿਹਾ ਔਨ ਦਾ ਏਡ ਐਂਡ ਐਡਵਾਈਸ ਆਫ ਪ੍ਰਾਈਮ ਮਿਨਿਸਟਰ ਐਂਡ ਕਾਉਂਸਲ ਆਫ ਮਿਨਿਸਟਰ ਉਹ ਗਵਰਨਰ ਨੂੰ ਵੀ ਉਸ ਸਟੇਟ ਦੇ ਵਿੱਚੋਂ ਚੱਕ ਸਕਦਾ ਰਹਿ ਗਏ ਸਾਡੇ ਵਾਈਸ ਪ੍ਰੈਜ਼ੀਡੈਂਟ ਮੈਂ ਆਲਰੇਡੀ ਪਿਛਲੀ ਸਲਾਈਡ ਦੇ ਉੱਤੇ ਦੱਸ ਚੁੱਕੀ ਆ ਕਿ ਜੋ ਵਾਈਸ ਪ੍ਰੈਜ਼ੀਡੈਂਟ ਨੇ ਉਹਨਾਂ ਨੂੰ ਅਪਾਇੰਟ ਨਹੀਂ ਕੀਤਾ ਜਾਂਦਾ ਉਹਨਾਂ ਦੀ ਇਲੈਕਸ਼ਨਸ ਹੁੰਦੀਆਂ ਤੇ ਉਹਨਾਂ ਦੀ ਇਲੈਕਸ਼ਨਸ ਦੇ ਵਿੱਚ ਮੈਂਬਰ ਆਫ ਪਾਰਲੀਮੈਂਟ ਕੀ ਕਰਦੇ ਨੇ ਪਾਰਟਿਸਿਪੇਟ ਕਰਦੇ ਨੇ ਆਪਸ਼ਨ ਸੀ ਇਜ਼ ਦਾ ਰਾਈਟ ਆਨਸਰ ਨੈਕਸਟ ਕੁਐਸਚਨ ਹੈ ਕਹਿੰਦੇ ਵਿਚ ਆਫ ਦਾ ਫੋਲੋਇੰਗ ਸਟੇਟਮੈਂਟ ਆਰ ਕਰੈਕਟ ਵਿਦ ਰਿਸਪੈਕਟ ਟੂ ਰੋਲ ਆਫ ਕੈਬਨਿਟ ਕਹਿੰਦੇ ਨੀਚੇ ਦਿੱਤਿਆਂ ਦੇ ਵਿੱਚੋਂ ਅਗਰ ਆਪਾਂ ਕੈਬਨਿਟ ਦੇ ਰੋਲ ਦੀ ਗੱਲ ਕਰੀਏ ਤਾਂ ਨੀਚੇ ਦਿੱਤਿਆਂ ਦੇ ਵਿੱਚੋਂ ਕਿਹੜੀ ਸਟੇਟਮੈਂਟ ਹੈ ਜੋ ਬਿਲਕੁਲ ਸਹੀ ਐਕਸਪਲੇਨ ਕਰ ਰਹੀ ਹੈ ਕੈਬਨਿਟ ਦੇ ਰੋਲ ਨੂੰ ਠੀਕ ਹੈ ਫਸਟ ਹੈ ਕਹਿੰਦੇ ਇਟ ਇਜ਼ ਦਾ ਹਾਈਐਸਟ ਡਿਸੀਜਨ ਮੇਕਿੰਗ ਅਥਾਰਟੀ ਬਿਲਕੁਲ ਸਹੀ ਜੋ ਜੀ ਸਾਡੀ ਕੈਬਨਿਟ ਹੁੰਦੀ ਹੈ ਜਿਸ ਦੇ ਵਿੱਚ ਕਾਉਂਸਲ ਆਫ ਮਿਨਿਸਟਰਸ ਹੁੰਦੇ ਨੇ ਸਟੇਟ ਲੈਜਿਸਲੇਟਿਵਸ ਦੇ ਮਿਨਿਸਟਰਸ ਹੁੰਦੇ ਨੇ ਸੀਐਮਸ ਹੁੰਦੇ ਨੇ ਤਾਂ ਪੁੱਛਿਆ ਗਿਆ ਕਹਿੰਦੇ ਜਿਹੜੀ ਉਹ ਕੈਬਨਿਟ ਹੁੰਦੀ ਹੈ ਉਹ ਇੱਕ ਹਾਈਐਸਟ डिसीजन मेकिंग अथॉरिटी ਹੁੰਦੀ ਹੈ ਬਿਲਕੁਲ ਸਹੀ इट इज चीफ पॉलिसी फॉर्मुलेटिंग बॉडी एक पॉलिसी मेकिंग बॉडी है बिल्कुल सही नेक्स्ट इट इज चीफ कोऑर्डिनेटर ऑफ सेंट्रल एडमिनिस्ट्रेशन बिल्कुल सही ये तीनों दियां तीनों ही स्टेटमेंट्स रिगार्डिंग कैबिनेट बिल्कुल सही ने एक क्वेश्चन एग्जाम ਦੇ ਵਿੱਚ ਦੇਖਿਆ ਗਿਆ ਹੈ ਸੈਂਟਰ ਵਾਲਿਆਂ ਦੇ ਵਿੱਚ ਵੀ ਤੇ ਪੰਜਾਬ ਵਾਲਿਆਂ 'ਚ ਵੀ ਆਪਸ਼ਨ ਡੀ ਇਜ਼ ਅ ਰਾਈਟ ਆਨਸਰ ਨੈਕਸਟ ਕੁਐਸਚਨ ਹੈ ਕਹਿੰਦੇ व्हेन was Supreme Court of India inaugurated ਕਹਿੰਦੇ ਜੋ ਸੁਪਰੀਮ ਕੋਰਟ ਆਫ ਇੰਡੀਆ ਹੈ ਉਸ ਨੂੰ ਕਦੋਂ ਇਨੋਗ੍ਰੇਟ ਕੀਤਾ ਗਿਆ ਸੀ ਹੁਣ ਸਭ ਨੂੰ ਪਤਾ ਹੈ ਕਿ ਜੋ ਸਾਡੀ ਸੁਪਰੀਮ ਕੋਰਟ ਹੈ ਅਪੈਕਸ ਕੋਰਟ ਆਫ ਇੰਡੀਆ ਕੀ ਇਹ ਅਪੈਕਸ ਕੋਰਟ ਆਫ ਇੰਡੀਆ ਅਪੈਕਸ ਕੋਰਟ ਨੂੰ ਤੁਸੀਂ ਕੀ ਕਹਿ ਸਕਦੇ ਹੋ ਸੁਪਰੀਮ ਕੋਰਟ ਸਭ ਤੋਂ ਜਿਹੜੀ ਵੱਡੀ ਕੋਰਟ ਹੈ ਇੰਡੀਆ ਦੇ ਵਿੱਚ ਉਸ ਨੂੰ ਕਿਹਾ ਜਾਂਦਾ ਹੈ ਸੁਪਰੀਮ ਕੋਰਟ ਤੇ ਸੁਪਰੀਮ ਕੋਰਟ ਕੀ ਹੈ ਸਾਡੀ ਕਹਿ ਸਕਦੇ ਹਾਂ ਇੱਕ ਤਰੀਕੇ ਦੀ कस्टडियन या फिर तुसी कह दो गार्डियन ठीक है गार्डियन या फिर कस्टडियन है जो सुप्रीम कोर्ट है वो किसी गार्डियन है जी वो है जी साडे कॉन्स्टिट्यूशन दी ते ਇਹ ਅਪੈਕਸ ਕੋਰਟ ਹੈ ਸਾਡੀ ਕੰਟਰੀ ਦੇ ਵਿੱਚ ਤੇ ਪੁੱਛਿਆ ਗਿਆ ਕਿ ਜੋ ਸਾਡੀ ਸੁਪਰੀਮ ਕੋਰਟ ਹੈ ਇਹ ਕਦੋਂ ਇਨੋਗ੍ਰੇਟ ਕੀਤੀ ਗਈ ਸੀ ਦੇਖੋ ਆਪਸ਼ਨ ਹੋਏਗਾ ਸੀ 1950 ਸੁਪਰੀਮ ਕੋਰਟ ਜੋ ਅੱਜ ਹੈ ਉਹ ਇਨੋਗ੍ਰੇਟ ਕੀਤੀ ਗਈ ਸੀ 1950 ਕਦੋਂ 28 ਜਨਵਰੀ 1950 ਨੂੰ ਇਹ ਸੁਪਰੀਮ ਕੋਰਟ ਕਿੱਥੋਂ ਬਣੀ ਹੈ ਇਹ ਬਣੀ ਹੈ ਜੀ ਸਾਡੇ ਫੈਡਰਲ ਕੋਰਟ ਨੂੰ ਹੀ ਸੁਪਰੀਮ ਕੋਰਟ ਬਣਾਇਆ ਗਿਆ ਹੈ ਫੈਡਰਲ ਕੋਰਟ ਕਦੋਂ ਬਣੀ ਸੀ ਗਵਰਨਮੈਂਟ ਆਫ ਇੰਡੀਆ ਐਕਟ 1935 ਦੇ ਅਧੀਨ ਬਣੀ ਸੀ ਉਸ ਤੋਂ ਪਹਿਲਾਂ ਵੀ ਇੱਕ ਸੁਪਰੀਮ ਕੋਰਟ ਬ੍ਰਿਟਿਸ਼ਰਸ ਨੇ ਬਣਾਈ ਸੀ ਰੈਗੂਲੇਟਿੰਗ ਐਕਟ 1773 ਦੇ ਵਿੱਚ ਕਲਕੱਤਾ ਵਿਲੀਅਮ ਫੋਰਟ ਦੇ ਵਿੱਚ ਅਗਰ ਸੁਪਰੀਮ ਕੋਰਟ ਦੀ ਗੱਲ ਕੀਤੀ ਜਾਵੇ ਤਾਂ ਸੁਪਰੀਮ ਕੋਰਟ 1950 ਦੇ ਵਿੱਚ ਜਦੋਂ ਬਣੀ ਸੀ ਉਸ ਸਮੇਂ ਇਸ ਦੇ ਵਿੱਚ ਕਿੰਨੇ ਜੱਜਿਸ ਸੀ 8 ਜੱਜਿਸ ਸੀ 8 ਜੱਜਿਸ ਕਹਿਣ ਦਾ ਭਾਵ 7 ਜੱਜਿਸ ਸੀ ਇੱਕ ਚੀਫ ਜਸਟਿਸ ਆਫ ਇੰਡੀਆ ਸੀ ਬਟ ਅੱਜ ਗੱਲ ਕੀਤੀ ਜਾਵੇ ਐਟ ਪ੍ਰੈਜ਼ੈਂਟ ਸਾਡੀ ਕੰਟਰੀ ਸਾਡੀ ਸੁਪਰੀਮ ਕੋਰਟ ਦੇ ਵਿੱਚ 34 ਜੱਜਿਸ ਹੈ ਜਿਸ ਦੇ ਵਿੱਚੋਂ 33 ਜੱਜਿਸ ਤੇ 1 ਚੀਫ ਜਸਟਿਸ ਆਫ ਇੰਡੀਆ ਠੀਕ ਹੈ ਜੀ ਸੋ ਜੋ ਸੁਪਰੀਮ ਕੋਰਟ ਦੇ ਜੱਜਿਸ ਨੂੰ ਵਧਾਉਣ ਜਾਂ ਘਟਾਉਣ ਦੀ ਜਿਹੜੀ ਪਾਵਰ ਹੈ ਉਹ ਕਿਸੇ ਕੋਲ ਹੈ ਉਹ ਹੈ ਜੀ ਸਾਡੀ ਪਾਰਲੀਮੈਂਟ ਕੋਲ ਕਿਸੇ ਕੋਲ ਹੈ ਉਹ ਪਾਵਰ ਹੈ ਸਾਡੀ ਪਾਰਲੀਮੈਂਟ ਕੋਲ ਅਗਰ ਗੱਲ ਕੀਤੀ ਜਾਵੇ ਕਿ ਸੁਪਰੀਮ ਕੋਰਟ ਦੇ ਚੀਫ ਜਸਟਿਸ ਆਫ ਇੰਡੀਆ ਕੌਣ ਬਣਦੇ ਨੇ ਤਾਂ ਹਰੇਕ ਜੋ ਸੀਨੀਅਰ ਮੋਸਟ ਜੱਜ ਹੋਏਗਾ ਉਹ ਸਾਡੀ
ਸੁਪਰੀਮ ਕੋਰਟ ਦਾ ਕੀ ਬਣੇਗਾ ਚੀਫ ਜਸਟਿਸ ਆਫ ਇੰਡੀਆ ਤੇ ਇਸ ਨੂੰ ਅਪਾਇੰਟ ਕਿਸੇ ਦੁਆਰਾ ਕੀਤਾ ਜਾਂਦਾ ਹੈ ਇਸ ਨੂੰ ਅਪਾਇੰਟ ਕੀਤਾ ਜਾਂਦਾ ਹੈ ਪ੍ਰੈਜ਼ੀਡੈਂਟ ਦੇ ਦੁਆਰਾ ਚੀਫ ਜਸਟਿਸ ਆਫ ਇੰਡੀਆ ਨੂੰ ਤੇ ਬਾਕੀ ਜੱਜਿਸ ਨੂੰ ਕਿਵੇਂ ਅਪਾਇੰਟ ਕੀਤਾ ਜਾਂਦਾ ਹੈ ਬਾਕੀ ਜੱਜਿਸ ਨੂੰ ਵੀ ਪ੍ਰੈਜ਼ੀਡੈਂਟ ਦੇ ਦੁਆਰਾ ਅਪਾਇੰਟ ਕੀਤਾ ਜਾਂਦਾ ਹੈ ਵਿਦ ਦ ਕੰਸਲਟੇਸ਼ਨ ਆਫ ਚੀਫ ਜਸਟਿਸ ਆਫ ਇੰਡੀਆ ਤੇ 4 ਸੀਨੀਅਰ ਮੋਸਟ ਜੱਜਿਸ ਦੀ ਰਾਏ ਦੇ ਨਾਲ ਇਸ ਦੇ ਰਿਗਾਰਡਿੰਗ ਇਸ ਜੋ ਕਾਲਜ ਬਣਾਇਆ ਗਿਆ ਚੀਫ ਜੱਜਿਸ ਆਫ ਸੁਪਰੀਮ ਕੋਰਟ ਨੂੰ ਅਪਾਇੰਟ ਕਰਨ ਦਾ ਇਸ ਦੇ ਰਿਗਾਰਡਿੰਗ 3 ਕੇਸਿਸ ਆਏ ਸੀ ਪਹਿਲਾ ਕੇਸ ਜੱਜ ਕੇਸ 1982 ਫਿਰ ਜੱਜ ਕੇਸ 1993 ਦੇ ਵਿੱਚ ਆਇਆ ਸੀ ਚੌਥਾ 1995 ਦੇ ਰਿਗਾਰਡਿੰਗ ਤੇ ਥਰਡ ਤੇ ਚੌਥਾ ਆਇਆ ਸੀ 2014 ਦੇ ਵਿੱਚ ਠੀਕ ਹੈ ਜੀ ਸੋ ਇਹ 4 ਜੱਜਿਸ ਕੇਸ ਆਏ ਸੀ ਸੁਪਰੀਮ ਕੋਰਟ ਦੇ ਜੱਜਿਸ ਦੀ ਅਪਾਇੰਟਮੈਂਟ ਕਰਨ ਦੇ ਲਈ ਜਿਹੜੇ ਕੇਸਿਸ ਚੱਲੇ ਸੀ ਇਸ ਤੋਂ ਇਲਾਵਾ ਅਗਰ ਗੱਲ ਕੀਤੀ ਜਾਵੇ ਕਿ ਜਿਹੜੀ ਸੁਪਰੀਮ ਕੋਰਟ ਹੈ ਉਸਦੇ ਕੋਲ ਕਿਸ ਤਰੀਕੇ ਦੀ ਯੂਰਿਸਟੀਗੇਸ਼ਨ ਹੈ ਅਗਰ ਸੁਪਰੀਮ ਕੋਰਟ ਦੀ ਗੱਲ ਕੀਤੀ ਜਾਵੇ ਤਾਂ ਸੁਪਰੀਮ ਕੋਰਟ ਕੋਲ ਪਹਿਲੀ ਗੱਲ ਕਰੀਏ ਤਾਂ ओरिजिनल ਯੂਰਿਸਟੀਗੇਸ਼ਨ ਹੈ ओरिजिनल ਯੂਰਿਸਟੀਗੇਸ਼ਨ ਕਿਸ ਆਰਟੀਕਲ ਦੇ ਅੰਡਰ ਹੈ ਆਰਟੀਕਲ 131 ਦੇ ਅੰਦਰ 131 ਆਰਟੀਕਲ ਦੇ ਅੰਡਰ ਕਿੰਨਾ ਕੇਸਿਸ ਦੇ ਵਿੱਚ ਅਗਰ ਇੰਟਰ ਸਟੇਟ ਦਾ ਸਟੇਟ ਨਾਲ ਕੋਈ ਕਨਫਲਿਕਟ ਹੋ ਜੇ ਸਟੇਟ ਦਾ ਸੈਂਟਰ ਨਾਲ ਕੋਈ ਕਨਫਲਿਕਟ ਹੋ ਜੇ ਜਾਂ ਫਿਰ ਫੰਡਾਮੈਂਟਲ ਰਾਈਟਸ ਦੇ ਰਿਗਾਰਡਿੰਗ ਸਾਡੇ ਸੁਪਰੀਮ ਕੋਰਟ ਕੋਲ ਕੀ ਹੈ ओरिजिनल ਯੂਰਿਸਟੀਗੇਸ਼ਨ ਹੈ ਅੰਡਰ ਆਰਟੀਕਲ 131 ਇਸ ਤੋਂ ਇਲਾਵਾ ਅਗਰ ਗੱਲ ਕੀਤੀ ਜਾਵੇ ओरिजिनल ਯੂਰਿਸਟੀਗੇਸ਼ਨ ਤੋਂ ਇਲਾਵਾ ਆਪਾਂ ਗੱਲ ਕਰੀਏ ਐਪਲੀਏਟ ਯੂਰਿਸਟੀਗੇਸ਼ਨ ਵੀ ਹੈ ਅਪੀਲ ਯੂਰਿਸਟੀਗੇਸ਼ਨ ਵੀ ਹੈ ਐਡਵਾਈਜ਼ਰੀ ਯੂਰਿਸਟੀਗੇਸ਼ਨ ਵੀ ਹੈ ਐਡਵਾਈਜ਼ਰੀ ਯੂਰਿਸਟੀਗੇਸ਼ਨ ਕਿਸ ਆਰਟੀਕਲ ਦੇ ਅੰਡਰ ਹੈ ਆਰਟੀਕਲ 143 ਇਸ ਦਾ ਮਤਲਬ ਕੀ ਹੈ ਕਿ ਅਗਰ ਪ੍ਰੈਜ਼ੀਡੈਂਟ ਨੂੰ ਕੋਈ ਐਡਵਾਈਸ ਸਲਾਹ ਲੈਣ ਦੀ ਲੋੜ ਪਵੇ ਤਾਂ ਪ੍ਰੈਜ਼ੀਡੈਂਟ ਸੁਪਰੀਮ ਕੋਰਟ ਕੋਲ ਸਲਾਹ ਲੈ ਸਕਦਾ ਹੈ ਅੰਡਰ ਆਰਟੀਕਲ 143 ਐਡਵਾਈਜ਼ਰੀ ਯੂਰਿਸਟੀਗੇਸ਼ਨ ਹੈ ਸਾਡੀ ਸੁਪਰੀਮ ਕੋਰਟ ਕੋਲ ਇਸ ਤੋਂ ਇਲਾਵਾ ਰਿਟ ਯੂਰਿਸਟੀਗੇਸ਼ਨ ਵੈਰੀ ਇੰਪੋਰਟੈਂਟ ਅੰਡਰ ਆਰਟੀਕਲ 32 ਸਾਡੀ ਸੁਪਰੀਮ ਕੋਰਟ ਕੋਲ ਰਿਟ ਯੂਰਿਸਟੀਗੇਸ਼ਨ ਹੈ 5 ਤਰੀਕੇ ਦੀਆਂ ਰਿਟਸ ਜਾਰੀ ਕਰ ਸਕਦੀ ਹੈ ਅਗਰ ਸਾਡਾ ਫੰਡਾਮੈਂਟਲ ਰਾਈਟ ਵਾਇਲੇਟ ਹੋਵੇ ਕਿਹੜੀਆਂ ਰਿਟਸ ਹੈ ਹੈਬਿਸ ਕਾਰਪਸ ਮੈਂਡੇਮਸ ਸਰਸ਼ਰੀ ਪ੍ਰੋਹਿਬਿਸ਼ਨ ਤੇ ਕਿਊ ਵਰੰਟੋ ਰਿਟ ਤੇ ਇਸ ਤੋਂ ਇਲਾਵਾ ਇੱਕ ਜੋ ਸਾਡੀ ਯੂਰਿਸਟੀਗੇਸ਼ਨ ਹੋ ਰਿਹਾ ਹੈ ਰਿਵਾਈਜ਼ਰੀ ਯੂਰਿਸਟੀਗੇਸ਼ਨ ਵੀ ਹੈ ਸਾਡੇ ਸੁਪਰੀਮ ਕੋਰਟ ਕੋਲ ਨੈਕਸਟ ਕੁਐਸਚਨ ਹੈ which of the following cases involved the largest bench till date constituted by supreme court ਪੁੱਛਿਆ ਗਿਆ ਕਿ ਅੱਜ ਤੱਕ ਦਾ ਸੁਪਰੀਮ ਕੋਰਟ ਦੇ ਵਿੱਚ ਸਭ ਤੋਂ ਜ਼ਿਆਦਾ ਬੈਂਚਸ ਵਾਲਾ 13 ਬੈਂਚਸ ਵਾਲਾ ਕੇਸ ਕਿਹੜਾ ਹੋਇਆ ਠੀਕ ਹੈ ਇਹ ਕੇਸ ਹੋਇਆ ਸੀ ਸਾਡਾ 1973 ਦੇ ਵਿੱਚ ਜਿਸ ਕੇਸ ਦੇ ਵਿੱਚ ਸਾਡੇ ਕਨਸਟੀਟਿਊਸ਼ਨ ਦਾ ਬੇਸਿਕ ਸਟਰਕਚਰ ਵੀ ਦਿੱਤਾ ਗਿਆ ਸੀ ਤੇ ਜਿਸ ਕਨਸਟੀਟਿਊਸ਼ਨ ਦੇ ਵਿੱਚ ਇੱਕ ਬੇਸਿਕ ਸਟਰਕਚਰ ਦਿੱਤਾ ਗਿਆ ਸੀ ਤੇ ਇੱਕ ਕਿਹਾ ਗਿਆ ਸੀ ਕਿ ਜੋ ਸਾਡਾ ਪ੍ਰੀਐਮਬਲ ਹੈ ਉਹ ਸਾਡਾ ਇੰਟੈਗਰਲ ਪਾਰਟ ਹੈ ਸਾਡੇ ਕਨਸਟੀਟਿਊਸ਼ਨ ਦਾ ਇਹ ਕੇਸ ਦਾ ਨਾਮ ਕੀ ਹੈ ਤਾਂ ਆਨਸਰ ਹੋਏਗਾ ਆਪਸ਼ਨ ਏ केशव नंदा भारती केस ठीक है जी केशव नंदा भारती केस होया सी जो 13 बेंचेस वाला आज तक दा सब तो लार्जेस्ट बेंचेस केस होया नेक्स्ट क्वेश्चन है कहंदे विच ऑफ द मैजॉरिटी क्वेश्चन की है पहला ध्यान नाल क्वेश्चन पढ़ना है क्वेश्चन की है विच टाइप ऑफ मैजॉरिटी इज रिक्वायर्ड बाय रेजोल्यूशन अप्रूविंग द प्रोक्लेमेशन ऑफ प्रेसिडेंट रूल कहंदे अगर असी प्रेसिडेंट रूल लगाना है किसी स्टेट दे विच प्रेसिडेंट रूल किस आर्टिकल के अंडर लगता है आर्टिकल 356 के अंडर कहते अगर प्रेसिडेंट रूल लगाना है किसी स्टेट दे विच सानू पता है कि स्टेट दे विच प्रेसिडेंट रूल कदों लगता है जां तां सरकार गिर गई होवे जां सरकार कॉन्स्टिट्यूशनल मैनर्स के अकॉर्डिंग काम ना कर रही होवे अंडर आर्टिकल 356 प्रेसिडेंट लगा दिंदा है प्रेसिडेंट रूल इन अ स्टेट कहते ओहदे लई की एक बिल पास करवाना एक रेजोल्यूशन पास करवाना पैंदा है पार्लीमेंट दे विचों कहंदे ਉਹ ਜਿਹੜਾ ਪਾਰਲੀਮੈਂਟ ਦੇ ਵਿੱਚ ਰੈਜ਼ੋਲੂਸ਼ਨ ਪਾਸ ਕਰਵਾਉਣਾ ਹੈ ਉਹ ਕਿਸ ਮੈਜੋਰਿਟੀ ਦੇ ਨਾਲ ਕਰਵਾਉਣਾ ਹੈ ਤਾਂ ਆਨਸਰ ਹੋਏਗਾ ਆਪਸ਼ਨ ਏ ਸਿੰਪਲ ਮੈਜੋਰਿਟੀ ਦੇ ਨਾਲ ਕਿਸ ਮੈਜੋਰਿਟੀ ਦੇ ਨਾਲ ਪਾਸ ਕਰਵਾਉਣਾ ਉਹ ਰੈਜ਼ੋਲੂਸ਼ਨ ਉਹ ਹੋਏਗਾ ਜੀ ਸਿੰਪਲ ਮੈਜੋਰਿਟੀ ਦੇ ਨਾਲ ਨੈਕਸਟ ਕੁਐਸਚਨ ਹੈ ਵਿਚ ਸਟੇਟਮੈਂਟ ਅਬਾਊਟ ਅਪਾਇੰਟਮੈਂਟ ਆਫ ਗਵਰਨਰ ਇਜ਼ ਕਰੈਕਟ ਸਾਨੂੰ ਪਤਾ ਹੈ ਮੈਂ ਆਲਰੇਡੀ ਪਿਛਲੀਆਂ ਸਲਾਈਡਸ ਦੇ ਵਿੱਚ ਡਿਸਕਸ ਕਰ ਚੁੱਕੀ ਹਾਂ गवर्नर बारे गवर्नर की अपॉइंटमेंट बारे तो पूछा गया कि केड़ी स्टेटमेंट बिल्कुल सही है गवर्नर की अपॉइंटमेंट बारे फर्स्ट है जी कहते गवर्नर इज नॉट डायरैक्टली इलैक्टेड बाय पीपल बिल्कुल सही है सानू पता है कि गवर्नर नू
ਅਪਾਇੰਟ ਕੀਤਾ ਜਾਂਦਾ ਹੈ ਬਾਈ ਪ੍ਰੈਜ਼ੀਡੈਂਟ ਤੇ ਗਵਰਨਰ ਅੰਡਰ ਪਲੇਜ਼ਰ ਆਫ ਪ੍ਰੈਜ਼ੀਡੈਂਟ ਹੀ ਕੰਮ ਕਰਦਾ ਹੈ ਤੇ ਇਹਨਾਂ ਨੇ ਕਿਹਾ ਪਹਿਲੀ ਸਟੇਟਮੈਂਟ ਦੇ ਵਿੱਚ ਕਿ ਗਵਰਨਰ ਡਾਇਰੈਕਟਲੀ ਇਲੈਕਟ ਨਹੀਂ ਕੀਤਾ ਜਾਂਦਾ, ਬਿਲਕੁਲ ਸਹੀ। ਨੈਕਸਟ, ਗਵਰਨਰ ਇਜ਼ ਨਾਟ ਇਨਡਾਇਰੈਕਟਲੀ ਇਲੈਕਟਡ ਬਾਈ ਸਪੈਸ਼ਲੀ ਕਨਸਟੀਟਿਊਟਡ ਇਲੈਕਟੋਰਲ ਕਾਲਜ, ਕਹਿੰਦੇ ਕੋਈ ਸਪੈਸ਼ਲ ਇਲੈਕਟੋਰਲ ਕਾਲਜ ਤਾਂ ਨਹੀਂ ਬਣਾਇਆ ਜਾਂਦਾ ਕੀ ਕਰਨ ਦੇ ਲਈ, ਗਵਰਨਰ ਨੂੰ ਅਪਾਇੰਟ ਇਲੈਕਟ ਕਰਨ ਦੇ ਲਈ। ਇਹ ਵੀ ਸਟੇਟਮੈਂਟ ਬਿਲਕੁਲ ਸਹੀ ਹੈ ਕਿ ਬਣਾਇਆ ਨਹੀਂ ਜਾਂਦਾ। ਸੋ ਬੋਥ ਸਟੇਟਮੈਂਟਸ ਆਰ ਰਾਈਟ, ਆਪਸ਼ਨ ਸੀ ਇਜ਼ ਅ ਰਾਈਟ ਆਨਸਰ ਆਫ ਦਿਸ ਕੁਐਸਚਨ। ਹੋਪਫੁਲੀ ਤੁਹਾਨੂੰ ਅੱਜ ਦੀ ਸੀਰੀਜ਼ ਪਸੰਦ ਆਈ ਹੋਏਗੀ। ਸੋ ਜਿਸ ਤਰੀਕੇ ਦੀ ਵੀ ਕਲਾਸ ਲੱਗੀ ਆਪਣਾ ਰਿਵਿਊ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੇਣਾ ਤੇ ਥੈਂਕ ਯੂ ਸੋ ਮਚ, ਮਿਲਦੇ ਹਾਂ ਨੈਕਸਟ ਲੈਕਚਰ।